ਮੇਜਰ ਮੰਗਦੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੋ ਦੋਸਤੋ, ਅੱਜ ਮੈਂ ਤੁਹਾਨੂੰ ਕੈਨੇਡਾ ਦੇ ਵਿੱਚ ਮੌਸਮ ਬੜਾ ਖੂਬਸੂਰਤ ਹੋ ਗਿਆ ਹੈ ਅਤੇ ਅੱਜ ਕੱਲ੍ਹ ਲੋਕ ਸੜਕਾਂ 'ਤੇ ਕਾਫੀ ਸੈਰ ਸਪਾਟੇ ਲਈ ਨਿਕਲਦੇ ਨੇ। ਸੋ ਮੈਂ ਵੀ ਸੈਰ ਸਪਾਟਾ ਕਰਦਾ ਹਾਂ। ਸਰਦੀਆਂ ਦੇ ਦਿਨਾਂ 'ਚ ਬੰਦਾ ਘਰੇ ਵਰਜਿਸ਼ ਵਗੈਰਾ ਕਰ ਲੈਂਦਾ, ਟਰੈਡਮਿਲ ਚਲਾ ਲੈਂਦਾ ਜਾਂ ਕੋਈ ਹੋਰ ਸਾਧਨ ਕਿਸੇ ਕੋਲ ਹਨ, ਕੋਈ ਯੋਗਾ ਕਰ ਲੈਂਦਾ ਹੈ। ਲੇਕਿਨ ਜੋ ਸਪਰਿੰਗ ਦਾ ਮੌਸਮ ਹੈ, ਬਸੰਤ ਦਾ ਮੌਸਮ ਹੈ, ਇਹ ਬੜਾ ਖੂਬਸੂਰਤ ਹੈ। ਅੱਜ ਦਾ ਤਾਪਮਾਨ ਵੀ ਬੜਾ ਅੱਛਾ ਹੈ, ਬਾਹਰ ਹਲਕੀ ਹਲਕੀ ਠੰਡ ਹੈ। ਸੈਰ ਸਪਾਟੇ ਲਈ ਇਹ ਬੜਾ ਵਧੀਆ ਮੌਸਮ ਹੈ। ਸੋ ਦੋਸਤੋ, ਮੈਂ ਤੁਹਾਨੂੰ ਅੱਜ ਦਿਖਾਵਾਂਗਾ ਆਪਣੇ ਸੈਰ ਦੇ ਰਾਹ ਕਿ ਮੇਰੇ ਇਲਾਕੇ 'ਚ ਜਿੱਥੇ ਮੈਂ ਰਹਿੰਦਾ ਹਾਂ ਅਤੇ ਕਿਸ ਤਰ੍ਹਾਂ ਦਾ ਏਰੀਆ ਹੈ ਅਤੇ ਕਿਸ ਤਰ੍ਹਾਂ ਮੈਂ ਰੋਜ਼ ਸੈਰ ਲਈ ਜਾਂਦਾ ਹਾਂ। ਇਸ ਏਰੀਏ ਦੇ ਵਿੱਚ ਕਿਸ ਤਰ੍ਹਾਂ ਦੀ ਨੇਬਰਹੁੱਡ ਹੈ। ਆਓ ਫਿਰ ਕਰਦੇ ਹਾਂ ਸੈਰ। ਸੈਰ ਲਈ ਹਮੇਸ਼ਾ ਉਹ ਰਾਹ ਚੁਣੋ ਜਿੱਥੇ ਜ਼ਿਆਦਾ ਟ੍ਰੈਫਿਕ ਨਹੀਂ ਹੈ ਜਾਂ ਜਿੱਥੇ ਕੋਈ ਵੱਡੀ ਬਿਜਲੀ ਦੀ ਲਾਈਨ ਨਹੀਂ ਲੰਘਦੀ ਜਾਂ ਕਿਸੇ ਕਿਸਮ ਦੀ ਡਿਸਟਰਬੈਂਸ ਨਹੀਂ ਹੈ। ਅਤੇ ਕਿਉਂਕਿ ਸਵੇਰ ਦਾ ਮਾਹੌਲ ਹੁੰਦਾ, ਜੇ ਜ਼ਿਆਦਾ ਸ਼ੋਰ ਸ਼ਰਾਬਾ ਹੋਵੇਗਾ ਤਾਂ ਤੁਹਾਨੂੰ ਸੈਰ ਕਰਨ ਦਾ ਆਨੰਦ ਨਹੀਂ ਆਵੇਗਾ। ਕੋਸ਼ਿਸ਼ ਕਰੋ ਕਿ ਸੈਰ ਲਈ ਉਹ ਰਾਹ ਚੁਣੋ ਜਿੱਥੇ ਕੁਦਰਤ ਦੇ ਦਰਸ਼ਨ ਹੋ ਸਕਣ, ਭਾਵ ਬਨਸਪਤੀ ਹੋਵੇ, ਫੁੱਲ ਖਿਲੇ ਹੋਣ, ਅਤੇ ਜਾਂ ਕਹਿ ਲਓ ਕਿ ਕੋਈ ਜੰਗਲ ਦਾ ਏਰੀਆ ਹੋਵੇ ਤਾਂ ਉੱਥੇ ਤੁਹਾਨੂੰ ਜਿਹੜਾ ਹੈ ਚੰਗਾ ਲੱਗਦਾ ਹੈ ਸੈਰ ਕਰਨਾ। ਅਜੇ ਬਸੰਤ ਦੀ ਸ਼ੁਰੂਆਤ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਅਜੇ ਨਹੀਂ ਨਿਕਲੇ। ਮੌਸਮ ਖੂਬਸੂਰਤ ਹੈ, ਲੇਕਿਨ ਹੌਲੀ ਹੌਲੀ ਜਿਹੜਾ ਹੈ ਇਹ ਮਹਿਸੂਸ ਹੋ ਰਿਹਾ ਹੈ ਕਿ ਦਰਖਤਾਂ ਨੂੰ ਛੋਟੀਆਂ ਨਿੱਕੀਆਂ ਨਿੱਕੀਆਂ ਡੋਡੀਆਂ ਜਿਹੀਆਂ ਨਿਕਲ ਰਹੀਆਂ ਨੇ, ਤਾਂ ਜੋ ਕੁਛ ਹੀ ਦਿਨਾਂ ਵਿੱਚ ਪੱਤਿਆਂ ਵਿੱਚ ਬਦਲ ਜਾਣਗੀਆਂ। ਕੁਛ ਦਰਖਤ ਐਸੇ ਵੀ ਨੇ ਜਿਨ੍ਹਾਂ ਨੂੰ ਬੜੇ ਹੀ ਖੂਬਸੂਰਤ ਫੁੱਲ ਲੱਗਦੇ ਨੇ। ਤਾਂ ਜਿਸ ਦਿਨ ਮੈਂ ਤੁਹਾਨੂੰ ਫੇਰ ਇਸ ਸੈਰ 'ਤੇ ਲੈ ਕੇ ਆਵਾਂਗਾ, ਤੁਸੀਂ ਦੇਖੋਗੇ ਕਿ ਕਿੰਨੀ ਤਬਦੀਲੀ ਹੈ, ਕਿੰਨੇ ਫੁੱਲ ਖਿਲ ਚੁੱਕੇ ਨੇ ਅਤੇ ਕਿੰਨੇ ਦਰਖਤਾਂ ਦੇ ਪੱਤੇ ਨਿਕਲ ਆਏ ਨੇ। ਅਤੇ ਲੋਕ ਇਹਨਾਂ ਦਿਨਾਂ ਵਿੱਚ ਆਪਣੇ ਘਰਾਂ ਨੂੰ ਬੜਾ ਸਜਾਉਂਦੇ ਨੇ, ਘਰਾਂ ਦੇ ਬਾਹਰ ਫੁੱਲ ਟੰਗਦੇ ਨੇ ਅਤੇ ਬੜੇ ਕਮਾਲ ਦੇ ਜਿਹੜੇ ਬੂਟੇ ਨੇ ਉਹ ਲਗਾਉਂਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ। ਕੈਨੇਡਾ ਬੜਾ ਖੂਬਸੂਰਤ ਮੁਲਕ ਹੈ, ਪਰ ਕੁਛ ਲੋਕ ਹਨ ਜੋ ਸਫਾਈ ਦਾ ਧਿਆਨ ਨਹੀਂ ਰੱਖਦੇ। ਤੁਸੀਂ ਵੇਖੋਗੇ ਕਿ ਜਦੋਂ ਸੜਕਾਂ 'ਤੇ ਜਾਂਦੇ, ਕੀ ਖਾਲੀ ਬੋਤਲਾਂ, ਕੀ ਗਾਰਬੇਜ ਕੈਨ ਅਤੇ ਕੀ ਹੋਰ ਸਮਾਨ ਉਹ ਜਿੱਥੇ ਵੀ ਦੇਖਦੇ ਆ ਸੁੱਟ ਦਿੰਦੇ ਨੇ। ਤਾਂ ਉਸ ਨਾਲ ਕੈਨੇਡਾ ਦੀ ਜਿਹੜੀ ਖੂਬਸੂਰਤੀ ਉਹ ਤਾਂ ਭੰਗ ਹੁੰਦੀ ਹੀ ਹੈ, ਲੇਕਿਨ ਜੋ ਤੁਰਨ ਵਾਲੇ ਨੇ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ। ਦੇਖੋ ਕਿੱਡੇ ਆਲੇ ਦੁਆਲੇ ਕਿੱਡੇ ਖੂਬਸੂਰਤ ਘਰ ਨੇ, ਕਿੰਨਾ ਸੋਹਣਾ ਏਰੀਆ ਹੈ, ਲੇਕਿਨ ਜੇ ਅਸੀਂ ਮਾਸਕ ਪਹਿਨ ਕੇ ਜਾਂ ਜਿਹੜਾ ਹੋਰ ਸਮਾਨ ਉਸੇ ਤਰ੍ਹਾਂ ਥਾਂ ਥਾਂ ਸੁੱਟਦੇ ਰਹਾਂਗੇ ਤਾਂ ਉਹ ਇੱਕ ਚੰਗੀ ਆਦਤ ਵੀ ਨਹੀਂ ਅਤੇ ਚੰਗਾ ਲੱਗਦਾ ਵੀ ਨਹੀਂ ਹੈ। ਜਿਹੜੇ ਰਾਹ ਮੈਂ ਸੈਰ ਲਈ ਚੁਣਦਾ ਹਾਂ, ਇਸ ਏਰੀਏ ਦੇ ਵਿੱਚ ਟ੍ਰੈਫਿਕ ਬਹੁਤ ਘੱਟ ਹੈ ਅਤੇ ਕੁਦਰਤੀ ਦ੍ਰਿਸ਼ ਨੇ ਜਿਹੜੇ ਉਹ ਕਾਫੀ ਜ਼ਿਆਦਾ ਨੇ, ਕਾਫੀ ਸ਼ਾਂਤੀਪੂਰਵਕ ਮਾਹੌਲ ਹੈ। ਸੋ ਲਓ ਮੈਂ ਤੁਹਾਨੂੰ ਰੈਜ਼ੀਡੈਂਸ਼ੀਅਲ ਏਰੀਏ ਵਿੱਚੋਂ ਲੈ ਕੇ ਇੱਕ ਉਸ ਤਰ੍ਹਾਂ ਦੇ ਛੋਟਾ ਜਿਹਾ ਜੰਗਲ ਹੈ ਉਸ ਵਿੱਚ ਆ ਗਿਆ ਹਾਂ। ਸੋ ਇਹ ਟ੍ਰੇਲਸ ਬਣੀ ਹੋਈ ਹੈ ਅਤੇ ਆਸੇ ਪਾਸੇ ਜਿਹੜੇ ਦੇਖੋ ਤੁਸੀਂ ਦੇਖ ਰਹੇ ਹੋ। ਸੋ ਕਿਸ ਤਰ੍ਹਾਂ ਜੰਗਲ ਹੈ। ਤਾਂ ਸੁਬਾਹ ਇੱਥੇ ਚਿੜੀਆਂ ਚੀਕਦੀਆਂ ਨੇ, ਚਹਿਕਦੀਆਂ ਨੇ ਅਤੇ ਕਾਟੋਆਂ ਇੱਧਰ ਉੱਧਰ ਦੌੜਦੀਆਂ ਨੇ। ਅਤੇ ਇਸ ਜੰਗਲ ਦੇ ਵਿੱਚ ਕੁਛ ਵਾਰੀ ਮੈਂ ਹਿਰਨ ਵੀ ਦੇਖੇ ਨੇ ਅਤੇ ਖਰਗੋਸ਼ ਤਾਂ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ। ਅਤੇ ਬੱਚੇ ਦੇ ਧੁਰ ਅੰਦਰ ਤੱਕ ਚਲੇ ਜਾਂਦੇ ਨੇ, ਖੇਡਾਂ ਖੇਡਦੇ ਨੇ ਜਿਵੇਂ ਅਸੀਂ ਬਚਪਨ ਦੇ ਵਿੱਚ ਖੇਡਿਆ ਕਰਦੇ ਸੀ, ਅਤੇ ਬੜਾ ਵਧੀਆ ਲੱਗਦਾ ਹੈ। ਅਤੇ ਕਾਫੀ ਲੋਕ ਨੇ ਜਿਹੜੇ ਇਸ ਏਰੀਏ ਦੇ ਵਿੱਚ ਉਹ ਸੈਰ ਕਰਨ ਲਈ ਆਉਂਦੇ ਨੇ। ਅਤੇ ਇੱਥੇ ਮੈਂ ਫੇਰ ਦੋਸਤੋ ਬੇਨਤੀ ਕਰੂੰਗਾ ਕਿ ਭਾਵੇਂ ਤੁਸੀਂ ਕਿਤੇ ਵੀ ਜਾਓ, ਜਿਹੜਾ ਤੁਹਾਡੇ ਕੋਲ ਗਾਰਬੇਜ ਹੁੰਦਾ ਤੁਸੀਂ ਖਾ ਪੀ ਕੇ ਬਚਿਆ ਹੋਇਆ ਸਮਾਨ ਹੈ ਜਾਂ ਲਿਫਾਫੇ ਨੇ ਜਾਂ
ਕੋਕ ਦੀਆਂ ਕੈਨਸ ਜਾਂ ਹੋਰ ਕੋਈ ਸਮਾਨ ਹੈ ਉਹਨੂੰ ਕਦੇ ਵੀ ਬਾਹਰ ਨਾ ਸੁੱਟੋ। ਤੋਂ ਚੰਗਾ ਨਹੀਂ ਲੱਗਦਾ। ਤਾਂ ਇੱਥੇ ਵੀ ਮੈਨੂੰ ਦੇਖ ਰਿਹਾ ਕਿ ਲੋਕਾਂ ਨੇ ਕਾਫੀ ਸਮਾਨ ਸੁੱਟਿਆ ਹੋਇਆ। ਹੁਣ ਆਪਾਂ ਇਸ ਜੰਗਲ ਤੋਂ ਬਾਹਰ ਨਿਕਲ ਆਏ ਹਾਂ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਕਾਟੋਆਂ ਕਿਸ ਤਰ੍ਹਾਂ ਮੇਰਾ ਰਸਤਾ ਕੱਟ ਰਹੀਆਂ ਨੇ ਤੇ ਕਈ ਵਾਰ ਖਰਗੋਸ਼ ਵੀ ਆ ਕੇ ਰਸਤੇ 'ਚ ਬੈਠ ਜਾਂਦੇ ਨੇ। ਤੇ ਹਿਰਨ ਪਹਿਲਾਂ ਇੱਥੇ ਬਹੁਤ ਹੋਇਆ ਕਰਦੇ ਸੀ ਲੇਕਿਨ ਹੁਣ ਘੱਟ ਨੇ। ਹਾਂ, ਮੇਰੇ ਸਾਹਮਣੇ ਸਕੂਲ ਹੈ ਤੇ ਪਾਰਕ ਹੈ। ਪਾਰਕ ਦੇ ਵਿੱਚ ਇਹ ਬੈਂਚ ਲੱਗੇ ਹੋਏ ਨੇ ਤੇ ਜਿੱਥੇ ਸ਼ਾਮ ਨੂੰ ਕਾਫੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਬਜ਼ੁਰਗ ਬੈਠਦੇ ਨੇ, ਗੱਲਾਂ ਕਰਦੇ ਨੇ, ਪੰਜਾਬ ਦੀ ਸਿਆਸਤ ਆ ਜਿਹੜੀ ਉਹ ਡਿਸਕਸ ਕਰਦੇ ਨੇ, ਤਾਸ਼ ਖੇਡਦੇ ਨੇ ਤੇ ਬੜਾ ਰੌਣਕ ਵਾਲਾ ਮਾਹੌਲ ਹੁੰਦਾ ਹੈ ਇੱਥੇ ਸ਼ਾਮ ਨੂੰ। ਕਿਉਂਕਿ ਇਹ ਪਾਰਕ ਹੈ, ਤੁਸੀਂ ਦੇਖਦੇ ਹੋ ਕਿ ਇੱਥੇ ਬੱਚਿਆਂ ਨੂੰ ਲੈ ਕੇ ਔਰਤਾਂ ਸ਼ਾਮ ਨੂੰ ਜਾਂ ਬੰਦੇ ਆਉਂਦੇ ਨੇ ਤੇ ਆ ਸਾਹਮਣੇ ਬੱਚਿਆਂ ਦੇ ਖੇਡਣ ਲਈ ਪੀਂਘਾਂ, ਝੂਟੇ, ਝੂਲੇ ਜੋ ਵੀ ਤੁਸੀਂ ਕਹਿੰਦੇ ਹੋ ਲੱਗੇ ਹੋਏ ਨੇ। ਤਾਂ ਸਾਹਮਣੇ ਇੱਕ ਤੁਸੀਂ ਸ਼ੈੱਡ ਦੇਖ ਰਹੇ ਹੋ, ਇੱਧਰਲੇ ਪਾਸੇ ਸਾਰਾ ਜੰਗਲ ਹੈ, ਸਾਹਮਣੇ ਪਾਰਕ ਹੈ। ਆ ਜਿਹੜਾ ਸ਼ੈੱਡ ਹੈ ਮੀਂਹ ਕਣੀ ਦੇ ਵਿੱਚ ਇਸ ਦੇ ਥੱਲੇ ਬੈਠਿਆ ਜਾ ਸਕਦਾ ਹੈ। ਇੱਥੇ ਬਾਰਬੀਕਿਊ ਵੀ ਕਰਦੇ ਨੇ ਲੋਕ, ਕਰਦੇ ਨੇ। ਤੁਸੀਂ ਦੇਖਦੇ ਹੋ ਕਿ ਸਾਈਡ ਵਾਕ ਜੋ ਤੁਰਨ ਲਈ ਬਣਾਈ ਗਈ ਹੈ, ਇਸ ਦੇ ਆਲੇ ਦੁਆਲੇ ਨਵੇਂ ਬੂਟੇ ਲਗਾਏ ਗਏ ਨੇ। ਪਿਛਲੇ ਸਾਲ ਇੱਥੇ ਵੱਡੇ ਬੂਟੇ ਹੁੰਦੇ ਸੀ ਤੇ ਉਹਨਾਂ ਨੂੰ ਕੋਈ ਬਿਮਾਰੀ ਲੱਗ ਗਈ ਸੀ ਤੇ ਉਹਨਾਂ ਦਾ ਟਰੀਟਮੈਂਟ ਕਰਦੇ ਰਹੇ, ਲੇਕਿਨ ਉਹ ਜਦੋਂ ਠੀਕ ਨਹੀਂ ਹੋ ਸਕੇ ਤੇ ਫਿਰ ਇਹਨਾਂ ਨੇ ਸਾਰੇ ਕੱਟ ਤੇ। ਸੋ ਕੈਨੇਡਾ ਦੇ ਵਿੱਚ ਜਦੋਂ ਦਰਖਤ ਕੱਟਿਆ ਜਾਂਦਾ ਤਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਸ ਦੀ ਜਗ੍ਹਾ ਹੋਰ ਦਰਖਤ ਲਗਾ ਦਿੱਤਾ ਜਾਵੇ। ਸੋ ਦਰਖਤ ਕੱਟਣਾ ਇੱਕ ਗੁਨਾਹ ਹੈ। ਸਰਕਾਰ ਦੀ ਮਰਜ਼ੀ ਤੋਂ ਬਗੈਰ ਕੋਈ ਬੰਦਾ ਦਰਖਤ ਨਹੀਂ ਕੱਟ ਸਕਦਾ। ਜੇ ਤੁਹਾਡੇ ਘਰ ਦੇ ਅੱਗੇ ਦਰਖਤ ਲੱਗਿਆ ਹੋਇਆ ਹੈ ਤਾਂ ਸਰਕਾਰ ਤੋਂ ਉਹਦੀ ਪਹਿਲਾਂ ਪਰਮਿਸ਼ਨ ਲੈਣੀ ਪਵੇਗੀ ਕੱਟਣ ਦੀ, ਤਾਂ ਹੀ ਤੁਸੀਂ ਉਸ ਨੂੰ ਕੱਟ ਸਕਦੇ ਹੋ। ਤੋ ਇਹ ਦੇਖੋ ਜਿੰਨੇ ਦਰਖਤ ਕੱਟੇ ਸੀ ਉਨੇ ਹੀ ਹੋਰ ਲਗਾ ਦਿੱਤੇ ਗਏ ਨੇ। ਸੋ ਕੁਦਰਤ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਜੰਗਲ ਨੇ ਜਿਹੜੇ ਜਾਂ ਕੁਦਰਤੀ ਏਰੀਆ ਹੈ, ਘਾਹ ਫੂਸ ਹੈ, ਉਹਨੂੰ ਕਈ ਵਾਰ ਉਸੇ ਹਾਲਾਤ ਦੇ ਵਿੱਚ ਰੱਖਿਆ ਜਾਂਦਾ ਹੈ। ਤੇ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਪਾਣੀ ਸੋਖਣ ਦੇ ਲਈ ਜ਼ਮੀਨ 'ਤੇ ਘਾਹ ਹੋਣਾ ਜ਼ਰੂਰੀ ਹੈ। ਤੁਸੀਂ ਹਰ ਜਗ੍ਹਾ ਕੰਕਰੀਟ ਨਹੀਂ ਲਗਾ ਸਕਦੇ। ਤੁਹਾਡੇ ਜਿਹੜੇ ਬੈਕ ਯਾਰਡ ਨੇ, ਫਰੰਟ ਯਾਰਡ ਨੇ, ਜਿਨ੍ਹਾਂ ਨੂੰ ਆਪਾਂ ਵਿਹੜੇ ਕਹਿ ਲੈਂਦੇ ਹਾਂ, ਉਹਨੂੰ ਤੁਹਾਨੂੰ ਸਾਰਿਆਂ ਨੂੰ ਪੱਕੇ ਕਰਨ ਦੀ ਇਜਾਜ਼ਤ ਨਹੀਂ, ਕਿਉਂਕਿ ਉਸ ਨਾਲ ਵਾਟਰ ਰੀਚਾਰਜਿੰਗ ਰੁਕ ਜਾਏਗੀ, ਫਲੱਡ ਵੀ ਹੋ ਸਕਦਾ ਹੈ। ਅਤੇ ਪਾਣੀ ਆ ਜਿਹੜਾ, ਹਾਲਾਂਕਿ ਕੈਨੇਡਾ ਦੇ ਵਿੱਚ ਧਰਤੀ ਹੇਠਲਾ ਪਾਣੀ ਨਹੀਂ ਵਰਤਿਆ ਜਾਂਦਾ, ਲੇਕਿਨ ਫਿਰ ਵੀ ਸਰਕਾਰ ਹੈ ਜਿਹੜੀ ਇਹਨਾਂ ਗੱਲਾਂ ਦਾ ਧਿਆਨ ਰੱਖਦੀ ਹੈ। ਤੋ ਇਹ ਜੰਗਲ ਜਿਹਦੇ ਨਾਲ ਮੈਂ ਤੁਰਿਆ ਜਾ ਰਿਹਾ, ਤੋ ਇਹਦੇ ਵਿੱਚ ਕਈ ਮੈਨੂੰ ਲੱਗਦਾ 4-4, 5-500 ਸਾਲ ਪੁਰਾਣੇ ਵੀ ਦਰਖਤ ਹੋਣਗੇ। ਪਤਾ ਨਹੀਂ ਕਿੰਨੀ ਕਿ ਇਹਨਾਂ ਦੀ ਏਜ ਹੈ, ਲੇਕਿਨ ਇਹਨਾਂ ਨੂੰ ਸੰਭਾਲਿਆ ਗਿਆ ਹੈ। ਅਤੇ ਜਿੱਦਾਂ ਆਪਾਂ ਬੱਚਿਆਂ ਨੂੰ ਪਾਲਦੇ ਹਾਂ, ਜਿੱਦਾਂ ਬੱਚਿਆਂ ਦਾ ਧਿਆਨ ਰੱਖਦੇ ਹਾਂ, ਤੋ ਇਸ ਤਰ੍ਹਾਂ ਸਰਕਾਰਾਂ ਇਹਨਾਂ ਦਰਖਤਾਂ ਦਾ ਧਿਆਨ ਰੱਖਦੀਆਂ ਨੇ। ਟਾਈਮ ਸਿਰ ਇਹਨਾਂ ਨੂੰ ਖੁਰਾਕ ਦੇਣੀ, ਇਹਨਾਂ ਨੂੰ ਦਵਾਈ ਦੇਣੀ, ਇਹਨਾਂ ਨੂੰ ਤੰਦਰੁਸਤ ਰੱਖਣਾ, ਇਹ ਗੌਰਮੈਂਟ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਵਿੱਚ ਇੱਕ ਹੈ। ਆਹ ਦਰਖਤ ਦੇਖੋ ਕਾਫੀ ਪੁਰਾਣਾ ਹੈ, ਇਸ ਦੀਆਂ ਜੜ੍ਹਾਂ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੈ। ਉਹ ਸਾਹਮਣੇ ਸਕੂਲ ਹੈ, ਤੋ ਬੱਚੇ ਜਿਹੜੇ ਹਨ ਛੁੱਟੀ ਟਾਈਮ ਇੱਥੇ ਖੇਡਦੇ ਰਹਿੰਦੇ ਨੇ। ਲੇਕਿਨ ਹੁਣ ਕਰੋਨਾ ਕਰਕੇ ਥੋੜ੍ਹਾ ਜਿਹਾ ਰੌਣਕਾਂ ਘੱਟ ਨੇ, ਲੇਕਿਨ ਫਿਰ ਵੀ ਕਾਫੀ ਲੋਕ ਨੇ ਜਿਹੜਾ ਉਹ ਸੈਰ ਦਾ ਆਨੰਦ ਮਾਣਦੇ ਨੇ। ਤੁਸੀਂ ਵੇਖ ਰਹੇ ਹੋ ਆਪਾਂ ਹੁਣ ਜੰਗਲ ਦੇ ਵਿੱਚ ਹਾਂ। ਦਰਖਤਾਂ ਦੇ ਉੱਪਰ ਕਈ ਕਿਸਮ ਦੇ ਆਲ੍ਹਣੇ ਹਨ ਅਤੇ ਵੱਖਰੀ ਵੱਖਰੀ ਕਿਸਮ ਦੇ ਆਲ੍ਹਣੇ ਨੇ। ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਕਿ ਕਿਹੜਾ ਜਾਨਵਰ ਕਿਸ ਤਰ੍ਹਾਂ ਆਪਣਾ ਘਰ ਬਣਾਉਂਦਾ ਹੈ। ਜਿਸ ਤਰ੍ਹਾਂ ਮਨੁੱਖ ਆਪਣੇ ਘਰਾਂ ਨੂੰ ਬਣਾਉਂਦਾ ਹੈ, ਇਸ ਤਰ੍ਹਾਂ ਜਿਹੜੇ ਜਾਨਵਰ, ਪੰਛੀ ਨੇ, ਇਹ ਵੀ ਆਪਣੇ ਘਰ ਨੂੰ ਬਣਾਉਂਦੇ ਨੇ। ਔਰ ਇਹਨਾਂ ਆਲ੍ਹਣਿਆਂ ਨੂੰ ਬਣਾਉਣ ਲਈ ਇਹ ਕਿੰਨੀ ਮਿਹਨਤ ਕਰਦੇ ਨੇ, ਕਿਵੇਂ ਇੱਕ ਇੱਕ ਤੀਲਾ ਲਿਆ ਕੇ ਇਹਦੇ ਵਿੱਚ ਰੱਖਦੇ ਨੇ। ਸੋ ਕਿਸ ਤਰ੍ਹਾਂ ਇਹ ਪੂੜ ਜਮ੍ਹਾਂ ਕਰਦੇ ਨੇ। ਜਦੋਂ ਤੁਸੀਂ ਇਹਨਾਂ ਗੱਲਾਂ ਬਾਰੇ ਜਾਣਦੇ ਹੋ ਤਾਂ ਤੁਸੀਂ ਹੈਰਾਨ ਰਹਿ ਜਾਂਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਮਾਵਾਂ ਸੇਮ ਹੀ ਹੁੰਦੀਆਂ ਨੇ, ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਹੈ ਸੇਮ ਹੈ।
ਤੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਸੁਰੱਖਿਅਤ ਘਰ ਬਣਾ ਕੇ ਦਿੰਦੇ ਨੇ। ਸੋ ਇਹ ਆਲ੍ਹਣੇ ਇਸ ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੇ ਸਾਨੂੰ ਬੜੇ ਹੀ ਦੇਖਣ ਨੂੰ ਮਿਲਦੇ ਨੇ। ਤੇ ਇਹ ਜਿਹੜਾ ਏਰੀਆ ਹੈ ਸਕੂਲ ਜ਼ੋਨ ਹੈ, ਸਪੀਡ ਘੱਟ ਹੈ ਤੇ ਬੱਚਿਆਂ ਦੇ ਲੰਘਣ ਲਈ ਕ੍ਰਾਸਿੰਗ ਬਣਾਈਆਂ ਹੋਈਆਂ ਨੇ। ਤੇ ਇਹਨਾਂ ਕ੍ਰਾਸਿੰਗਸ ਦੇ ਉੱਪਰ ਸਕੂਲ ਟਾਈਮ ਦੇ ਉੱਪਰ ਗਾਰਡ ਖੜੇ ਹੁੰਦੇ ਨੇ ਜੋ ਬੱਚਿਆਂ ਨੂੰ ਲੰਘਾਉਂਦੇ ਨੇ। ਤੇ ਤੁਸੀਂ ਸਿਰਫ ਉੱਥੋਂ ਹੀ ਸੜਕ ਪਾਰ ਕਰ ਸਕਦੇ ਹੋ ਜਿੱਥੇ ਕ੍ਰਾਸਿੰਗ ਬਣੀ ਹੋਈ ਹੈ। ਹਰ ਜਗ੍ਹਾ ਤੁਸੀਂ ਸੜਕ ਹੈ ਜਿਹੜੀ ਉਹ ਪਾਰ ਨਹੀਂ ਕਰ ਸਕਦੇ। ਤਾਂ ਜਦੋਂ ਕੋਈ ਕ੍ਰਾਸ ਕਰ ਰਿਹਾ ਹੋਵੇ, ਭਾਵੇਂ ਕੋਈ ਮੰਤਰੀ ਆ ਰਿਹਾ ਹੋਵੇ ਜਾਂ ਕੋਈ ਵੀ ਵੱਡਾ ਅਧਿਕਾਰੀ ਹੋਵੇ, ਚਾਹੇ ਕੋਈ ਵੀ ਹੋਵੇ, ਇੱਥੇ ਕਿਸੇ ਦਾ ਕੋਈ ਫਰਕ ਨਹੀਂ। ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਹਰ ਕਿਸੇ ਨੂੰ ਰੁਕਣਾ ਹੀ ਪੈਂਦਾ ਹੈ। ਸੋ ਇਸੇ ਤਰ੍ਹਾਂ ਜੇ ਸਕੂਲ ਬੱਸ ਤੁਹਾਡੇ ਅੱਗੇ ਹੈ ਅਤੇ ਉਸਨੇ ਸਟੋਪ ਲਾਇਆ ਹੋਇਆ ਹੈ ਅਤੇ ਲਾਈਟਾਂ ਫਲੈਸ਼ ਕਰ ਰਹੀਆਂ ਨੇ, ਭਾਵੇਂ ਤੁਹਾਨੂੰ ਜਿੰਨੀ ਮਰਜ਼ੀ ਕਾਹਲੀ ਹੋਵੇ ਤੁਹਾਨੂੰ ਰੁਕਣਾ ਹੀ ਪਵੇਗਾ। ਸੋ ਦੋਸਤੋ, ਕੈਨੇਡਾ ਇੱਕ ਖੂਬਸੂਰਤ ਮੁਲਕ ਹੈ। ਸੋ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਤਾਂ ਉਸਨੂੰ ਸਾਫ਼ ਸੁਥਰਾ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਅਤੇ ਸ਼ਾਮ ਨੂੰ ਜਾਂ ਸਵੇਰ ਨੂੰ ਤੁਸੀਂ ਸ਼ਾਇਦ ਕੈਮਰੇ 'ਚ ਆ ਰਿਹਾ ਹੋਵੇ ਅਤੇ ਜਿਹੜੇ ਪੰਛੀਆਂ ਦੀਆਂ ਡਾਰਾਂ ਨੇ ਉੱਡਦੀਆਂ ਨੇ ਇੱਧਰ ਉੱਧਰ, ਪੰਛੀ ਹੁਣ ਵੀ ਆਕਾਸ਼ ਵਿੱਚ ਉੱਡ ਰਹੇ ਨੇ ਤਾਂ ਉਹ ਬੜੇ ਖੂਬਸੂਰਤ ਲੱਗਦੇ ਨੇ। ਜਿਵੇਂ ਮੈਂ ਕਹਿ ਰਿਹਾ ਸੀ, ਚਿੜੀਆਂ ਦੀ ਚਹਿਚਹਾਟ, ਪਰ ਛੋਟੇ ਛੋਟੇ ਜਿਹੜੇ ਕੋਈ ਜੀਵ ਜੰਤੂ ਨੇ ਉਹਨਾਂ ਦੀਆਂ ਆਵਾਜ਼ਾਂ ਕਈ ਵਾਰ ਤੁਹਾਨੂੰ ਬੜਾ ਸਕੂਨ ਦਿੰਦੀਆਂ ਨੇ। ਕਰਕੇ ਆਪਾਂ ਘਰ ਨੂੰ ਮੁੜ ਆਏ ਹਾਂ। ਘਰ ਤਕਰੀਬਨ ਆ ਗਿਆ ਹੈ। 9 ਵਜੇ ਗਏ ਸੀ ਆਪਾਂ, ਤਾਂ ਹੁਣ ਤਕਰੀਬਨ 10 ਵੱਜਣ ਵਾਲੇ ਨੇ। ਅਤੇ ਜਿਹੜੀ ਅੱਜ ਦੀ ਸੈਰ ਹੈ ਚੰਗੀ ਰਹੀ। ਧੁੱਪ ਬਹੁਤ ਵਧੀਆ ਸੀ ਅਤੇ ਆਕਾਸ਼ ਉੱਪਰ ਸਾਫ਼ ਹੈ, ਹਲਕੀ ਹਲਕੀ ਬੱਦਲਵਾਈ ਹੈ ਅਤੇ ਮਿੱਠੀ ਮਿੱਠੀ ਠੰਡ ਹੈ। ਲੇਕਿਨ ਠੀਕ ਹੈ, ਹਲਕੀ ਜੈਕਟ ਨਾਲ ਬਾਹਰ ਨਿਕਲਿਆ ਜਾ ਸਕਦਾ ਹੈ। ਅਤੇ ਹਵਾ ਕਈ ਵਾਰ ਥੋੜ੍ਹੀ ਜਿਹੀ ਠੰਡੀ ਹੁੰਦੀ ਹੈ। ਅੱਜ ਹਵਾ ਵੀ ਇੰਨੀ ਜ਼ਿਆਦਾ ਨਹੀਂ, ਸ਼ਾਂਤ ਹੈ। ਸੋ ਅੱਜ ਦੀ ਸੈਰ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸੋ ਆਉਣ ਵਾਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਕੋਈ ਕੈਨੇਡਾ ਦਾ ਹੋਰ ਹਿੱਸਾ ਦਿਖਾਵਾਂਗੇ ਅਤੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰਾ ਚੰਗਾ ਲੱਗਿਆ ਹੋਵੇਗਾ। ਅਤੇ ਜੇ ਚੰਗਾ ਲੱਗੇ ਤਾਂ ਲਾਈਕ ਬਟਨ ਪ੍ਰੈਸ ਕਰਨਾ ਨਾ ਭੁੱਲਣਾ ਅਤੇ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਮੇਜਰ ਮੰਕ ਨੂੰ ਇੱਥੇ ਹੀ ਆਗਿਆ ਦਿਓ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।